हाँ जी दोस्तों, स्वागत करते हैं ਤੁਹਾਡਾ ਸਾਡੇ YouTube ਚੈਨਲ ਲੈਂਡ ਆਫ ਡ੍ਰੀਮਸ ਦੇ ਉੱਪਰ। ਤਾਂ ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਸਰਕਾਰ ਨੇ ਅਨੁਸਾਰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਕਿ ਅਸੀਂ ਆਪਣੇ ਇਸ ਕਾਲ ਦੇ ਦੌਰਾਨ 2000 ਪੀਟੀਆਈ ਦੀਆਂ ਵੈਕੈਂਸੀਜ਼ ਨੇ ਜਿਹੜੀਆਂ ਉਹ ਸਕੂਲਾਂ ਦੇ ਵਿੱਚ ਦੇਵਾਂਗੇ। ਤਾਂ ਕਾਫੀ ਚਿਰ ਤੋਂ ਰੌਲਾ ਸੀਗਾ ਕਿ ਕਦੋਂ ਇਹ ਪੋਸਟ ਆਉਣਗੀਆਂ, ਕਦੋਂ ਪੋਸਟ ਆਉਣਗੀਆਂ। ਤਾਂ ਆਖਰਕਾਰ ਸਰਕਾਰ ਇਹ ਕਹਿ ਰਹੀ ਸੀ, ਕਿਉਂਕਿ ਪਿਛਲੀ ਸਰਕਾਰ ਨੇ ਕੇਡਰ ਖਤਮ ਕਰ ਦਿੱਤਾ ਸੀਗਾ, ਤਾਂ ਸਰਕਾਰ ਇਹ ਕੇਡਰ ਹੈ ਜਿਹੜਾ ਉਹ ਬਹਾਲ ਕਰਨ ਤੇ ਲੱਗੀ ਹੋਈ ਸੀ। ਤੇ ਫਾਈਨਲੀ ਜਿਹੜੇ ਰੂਲ ਐਂਡ ਰੈਗੂਲੇਸ਼ਨ ਸਰਕਾਰ ਨੇ ਇਸ ਪੋਸਟ ਦੇ ਲਈ ਬਣਾਉਣੇ ਸੀ, ਤੈਅ ਕਰਦੇ ਸੀ, ਉਹ ਫਾਈਨਲੀ ਉਹਨਾਂ ਨੇ ਤੈਅ ਕਰ ਦਿੱਤੇ ਨੇ। ਤੇ ਅੱਜ ਇੱਕ ਪੂਰਾ ਗੈਜ਼ਟ ਹੈ ਜਿਹੜਾ ਇਸ ਕੇਡਰ ਦੇ ਲਈ, ਪੀਟੀਆਈ ਕੇਡਰ ਦੇ ਲਈ ਉਹਨਾਂ ਨੇ ਜਾਰੀ ਕਰ ਦਿੱਤਾ ਹੈ। ਹੁਣ ਤੱਕ ਮੇਰਾ ਖਿਆਲ ਹੈ ਤੁਸੀਂ ਸਾਰੇ ਉਹ ਗੈਜ਼ਟ ਨੂੰ ਪੜ੍ਹ ਚੁੱਕੇ ਹੋਵੋਗੇ, ਦੇਖ ਚੁੱਕੇ ਹੋਵੋਗੇ। ਬਹੁਤ ਸਾਰੀਆਂ ਗੱਲਾਂ ਤੁਹਾਨੂੰ ਕਲੀਅਰ ਹੋ ਚੁੱਕੀਆਂ ਹੋਣਗੀਆਂ। ਕੁਝ ਹੋਰ ਗੱਲਾਂ ਜਿਹੜੀਆਂ ਮੈਂ ਸਾਂਝੀਆਂ ਕਰਨੀਆਂ ਚਾਹੁੰਦਾ ਤਾਂ ਉਹ ਵੀ ਆਪਾਂ ਸ਼ੇਅਰ ਕਰ ਲੈਂਦੇ ਹਾਂ। ਇਸ ਗੈਜ਼ਟ ਦੇ ਜਾਰੀ ਹੋਣ ਤੋਂ ਪਹਿਲਾਂ ਮੈਂ ਇੱਕ ਵੀਡੀਓ ਬਣਾਈ ਸੀ। ਮੈਂ ਵਾਰ-ਵਾਰ ਤੁਹਾਨੂੰ ਕਹਿ ਰਿਹਾ ਸੀਗਾ ਕਿ ਇਹਨਾਂ ਪੋਸਟਾਂ ਦੇ ਲਈ ਜਿਹੜਾ ਐਲੀਜੀਬਿਲਟੀ ਕ੍ਰਾਈਟੇਰੀਆ ਹੋਏਗਾ, ਉਹ ਸਾਰੇ ਹਾਲੇ ਗੱਲਾਂ ਹੀ ਕਰ ਰਹੇ ਨੇ। ਜਦੋਂ ਸਰਕਾਰ ਕੋਈ ਵੀ ਗੈਜ਼ਟ ਦਊਗੀ ਸਾਨੂੰ, ਜਦੋਂ ਵੀ ਸਰਕਾਰ ਕੋਈ ਨੋਟੀਫਿਕੇਸ਼ਨ ਦਊਗੀ, ਜਦੋਂ ਵੀ ਸਰਕਾਰ ਕੋਈ ਪੱਤਰ ਜਾਰੀ ਕਰੂਗੀ, ਹੁਕਮ ਜਾਰੀ ਕਰੂਗੀ, ਤਾਂ ਉਹਨਾਂ ਦੇ ਦੁਆਰਾ ਹੀ ਸਾਨੂੰ ਕਲੈਰੀਫਿਕੇਸ਼ਨ ਹੋ ਸਕੇਗੀ ਕਿ ਕਿਹੜੇ ਬੰਦੇ ਐਲੀਜੀਬਿਲਟੀ ਕ੍ਰਾਈਟੇਰੀਆ ਦੇ ਅੰਦਰ ਆਉਂਦੇ ਨੇ ਤੇ ਕਿਹੜੇ ਨਹੀਂ ਆਉਂਦੇ। ਪਰ ਇੱਕ ਬੜੀ ਖੁਸ਼ੀ ਦੀ ਗੱਲ ਹੈ ਕਿ 2006 ਤੋਂ ਬਾਅਦ ਜਿਹੜੀਆਂ 2000 ਪੀਟੀਆਈ ਦੀਆਂ ਵੈਕੈਂਸੀਜ਼ ਨੇ ਇਹ ਆਉਣ ਜਾ ਰਹੀਆਂ ਨੇ, ਤੇ ਇਹਦਾ ਜਿਹੜਾ ਮੁਕੰਮਲ ਪ੍ਰਬੰਧ ਹੈ ਸਰਕਾਰ ਨੇ ਚੰਗੇ ਤਰੀਕੇ ਨਾਲ ਕੀਤਾ ਹੈ। ਤੇ ਇਹਦੇ ਲਈ ਸਾਰੇ ਜਿੰਨੇ ਵੀ ਰੂਲ ਰੈਗੂਲੇਸ਼ਨ ਸੀ ਉਹਨਾਂ ਨੇ ਚੰਗੇ ਤਰੀਕੇ ਨਾਲ ਬਣਾ ਕੇ ਸਾਡੇ ਨਾਲ ਸਾਂਝੇ ਕਰ ਦਿੱਤੇ ਨੇ। ਹੁਣ ਜਿਹੜੀ ਇਹ 2000 ਪੀਟੀਆਈ ਦੀ ਵੈਕੈਂਸੀ ਹੈ, ਤਾਂ ਇਹ ਸਭ ਤੋਂ ਖੁਸ਼ੀ ਦੀ ਗੱਲ ਹੈ ਕਿ ਸਰਕਾਰ ਨੇ ਇਹਦੇ ਲਈ ਸਾਰੇ ਜਿਹੜੇ ਸਰੀਰਕ ਸਿੱਖਿਆ ਵਿਸ਼ੇ ਦੇ ਨਾਲ ਸੰਬੰਧਿਤ ਵਿਦਿਆਰਥੀ ਹੈਗੇ ਨੇ, ਕੈਂਡੀਡੇਟ ਹੈਗੇ ਨੇ, ਉਹਨਾਂ ਸਾਰਿਆਂ ਨੂੰ ਇਸ ਦੇ ਵਿੱਚ ਉਹਨਾਂ ਨੇ ਮੌਕਾ ਦੇਣ ਦਾ ਫੈਸਲਾ ਕੀਤਾ ਹੈ। ਬੇਸ਼ੱਕ ਕਿਸੇ ਨੇ ਸੀਪੀ ਐਡ ਕੀਤੀ ਹੈ, ਜਿਹਨੂੰ ਅੱਜ ਕੱਲ੍ਹ ਅਸੀਂ ਡੀਪੀ ਐਡ ਕਹਿੰਦੇ ਹਾਂ, ਕਿਸੇ ਨੇ ਗ੍ਰੈਜੂਏਸ਼ਨ ਹੈ ਜਿਹੜੀ ਉਹ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਕਰਨ ਤੋਂ ਬਾਅਦ ਬੀਪੀ ਐਡ ਕੀਤੀ ਹੈ, ਜਾਂ ਕਿਸੇ ਨੇ ਇਕੱਲੀ ਬੀਪੀ ਐਡ ਕੀਤੀ ਹੈ, ਬੀਪੀ ਐਡ 4 ਈਅਰ ਇੰਟੀਗ੍ਰੇਟਡ ਕੀਤੀ ਹੈ। ਤਾਂ ਇਹਦਾ ਮਤਲਬ ਕਿਸੇ ਨੇ ਵੀ ਸਰੀਰਕ ਸਿੱਖਿਆ ਵਿਸ਼ੇ ਦੇ ਨਾਲ ਸੰਬੰਧਿਤ ਪ੍ਰੋਫੈਸ਼ਨਲ ਕੋਰਸ ਕੀਤਾ ਹੋਇਆ ਤਾਂ ਉਹ ਐਲੀਜੀਬਲ ਹੈਗਾ, ਉਹ ਯੋਗਤਾ ਰੱਖਦਾ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੀ। ਤਾਂ ਪਹਿਲੀ ਕੰਡੀਸ਼ਨ ਸਰਕਾਰ ਨੇ ਸਾਨੂੰ ਇਹ ਲੱਗਦਾ ਸੀਗਾ ਕਿ ਜਾਂ ਤਾਂ ਸੀਪੀਐਡ ਵਾਲੇ ਅਪਲਾਈ ਕਰਨਗੇ ਤੇ ਜਾਂ ਫਿਰ ਇਕੱਲੀ ਬੀਪੀਈ ਵਾਲੇ, ਕਿਉਂਕਿ ਜਿਹੜਾ ਬੀਐਡ ਤੇ ਈਟੀਟੀ ਵਾਲਾ ਕਨਸੈਪਟ ਹੀ ਸਾਡੇ ਕੋਲ ਚੱਲ ਰਿਹਾ ਸੀ। ਕਿਉਂਕਿ ਪੋਸਟਾਂ ਹੀ ਸਾਡੀਆਂ 2006 ਤੋਂ ਬਾਅਦ ਲਗਭਗ 17-18 ਸਾਲਾਂ ਦੇ ਬਾਅਦ ਪੋਸਟਾਂ ਆਈਆਂ ਨੇ। ਬਹੁਤ ਸਾਰੇ ਕੈਂਡੀਡੇਟ ਨੇ ਜਿਹੜੇ ਉਹ ਓਵਰੇਜ ਹੋਣ ਦੇ ਨੇੜੇ ਹੋਣਗੇ। ਤਾਂ ਇੰਨੀਆਂ ਸਾਰੀਆਂ ਪੋਸਟਾਂ ਨੇ ਜਿਹੜੀਆਂ, ਇਹਨਾਂ ਦੇ ਵਿੱਚ ਹੱਕ ਬਣਦਾ ਸੀਗਾ ਕਿ ਸਾਰੇ ਸਾਥੀਆਂ ਨੂੰ ਮੌਕਾ ਦਿੱਤਾ ਜਾਂਦਾ, ਕਿਉਂਕਿ ਲੰਮੇ ਸਮੇਂ ਤੋਂ ਸਾਰੇ ਇੰਤਜ਼ਾਰ ਕਰ ਰਹੇ ਸੀਗੇ ਕਿ ਕਦੋਂ ਸਾਨੂੰ ਮੌਕਾ ਮਿਲੂਗਾ ਕਿ ਅਸੀਂ ਓਵਰੇਜ ਹੋਣ ਤੋਂ ਬਚ ਸਕੀਏ। ਤਾਂ ਇਹ ਸਾਰਿਆਂ ਲਈ ਖੁਸ਼ੀ ਦੀ ਗੱਲ ਹੈ ਕਿ ਸਾਰੇ ਬੰਦੇ ਤੁਸੀਂ ਅਪਲਾਈ ਕਰ ਸਕਦੇ ਹੋ, ਜਿਨ੍ਹਾਂ ਦੇ ਬਾਰ-ਬਾਰ ਫੋਨ ਆ ਰਹੇ ਸੀਗੇ ਕਿ ਸਾਡੀ ਬੀਏ ਤੋਂ ਬਾਅਦ ਬੀਪੀ ਐਡ ਕੀਤੀ ਹੋਈ ਹੈ, ਕਿ ਅਸੀਂ ਐਲੀਜੀਬਲ ਹੋਵਾਂਗੇ ਕਿ ਨਹੀਂ ਹੋਵਾਂਗੇ। ਤਾਂ ਸਾਰਿਆਂ ਦੇ ਲਈ ਬੜੀ ਖੁਸ਼ੀ ਦੀ ਗੱਲ ਹੈਗੀ ਹੈ ਕਿ ਤੁਸੀਂ ਸਾਰੇ ਸਰਕਾਰ ਨੇ ਐਲੀਜੀਬਲ ਕਰ ਦਿੱਤੇ ਗਏ। ਦੂਸਰਾ ਜਿਹੜਾ ਵੱਡਾ ਮਸਲਾ ਸੀਗਾ ਉਹ ਇਹ ਚੱਲ ਰਿਹਾ ਸੀਗਾ ਦਿਮਾਗ ਦੇ ਵਿੱਚ ਕਿ ਜਦੋਂ ਈਟੀਟੀ ਦੇ ਲਈ ਜਿਹੜਾ ਪੀਟੈਟ 1 ਲਿਆ ਜਾਂਦਾ ਹੈ, ਕਿਤੇ ਸਾਡੇ ਉੱਪਰ ਉਹ ਤਾਂ ਨਹੀਂ ਅਪਲਾਈ ਹੋਏਗਾ। ਤਾਂ ਸਰਕਾਰ ਨੇ ਇਸ ਗੈਜਟ ਦੇ ਵਿੱਚ ਕਿਤੇ ਵੀ ਪੀਐਸ ਟੈਟ 1 ਦੀ ਗੱਲ ਨਹੀਂ ਕੀਤੀ ਕਿ ਉਹਨਾਂ ਨੇ ਜਿਹੜੇ ਵੀ ਇਹ ਪੀਟੀਆਈ ਵੈਕੈਂਸੀ ਭਰਨੀ ਹੈ ਤਾਂ ਇਹਦੇ ਲਈ ਪੀ ਟੈਟ 1 ਹੈ ਜਿਹੜਾ ਉਹ ਤੁਹਾਡਾ ਹੋਣਾ ਜ਼ਰੂਰੀ ਹੈ। ਤਾਂ ਇਹਦੇ ਵਿੱਚ ਕਿਤੇ ਵੀ ਮੈਂਸ਼ਨ ਨਹੀਂ ਕੀਤਾ ਹੋਇਆ ਸਾਰੇ ਗੈਜਟ ਦੇ ਵਿੱਚ। ਤਾਂ ਉਹਨਾਂ ਨੇ ਆਖਿਆ ਕਿ ਡਾਇਰੈਕਟ ਰਿਕਰੂਟਮੈਂਟ ਹੋਊਗੀ ਤੇ ਜਿਹੜਾ ਨਵਾਂ ਪੇਪਰ ਉਹਨਾਂ ਨੇ ਲੈਣਾ ਉਹ ਪੇਪਰ ਤੁਹਾਡੇ ਤੋਂ ਲਿਆ ਜਾਊਗਾ। ਤਾਂ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਜਿਹੜਿਆਂ ਨੇ ਟੈਟ ਦਾ ਪੇਪਰ ਜਿਨ੍ਹਾਂ ਤੋਂ ਪਾਸ ਨਹੀਂ ਸੀ ਹੋਇਆ, ਤਾਂ ਉਹਨਾਂ ਦੇ ਲਈ ਵੀ ਇੱਕ ਸੁਨਹਿਰੀ ਮੌਕਾ ਹੈ ਕਿ ਉਹ ਦੁਬਾਰਾ ਤੋਂ ਪੇਪਰ ਦੀ ਜਿਹੜਾ ਇਹ ਪੇਪਰ ਲੈਣਗੇ ਉਹਦੀ ਤਿਆਰੀ ਕਰ ਸਕਦੇ ਨੇ ਤੇ ਤੁਸੀਂ ਸਾਰੇ ਇਸ ਪੇਪਰ ਦੇ ਵਿੱਚ ਅਪੀਅਰ ਹੋ ਸਕਦੇ ਹੋ। ਬਹੁਤ ਸਾਰੇ ਸਾਥੀਆਂ ਦੇ ਫੋਨ ਆ ਰਹੇ ਸੀਗੇ ਏਜ ਲਿਮਿਟ ਨੂੰ ਲੈ ਕੇ ਕਿ ਏਜ ਲਿਮਿਟ ਦੀ ਰਿਲੈਕਸੇਸ਼ਨ ਹੋਏਗੀ ਜਾਂ ਫਿਰ ਨਹੀਂ ਹੋਊਗੀ। ਤਾਂ ਸਾਥੀਓ, ਏਜ ਲਿਮਿਟ ਹੈ ਜਿਹੜੀ, ਕਿਉਂਕਿ ਸਰਕਾਰ ਦੀਆਂ ਵੀ ਪਾਲਿਸੀ ਦੇ ਵਿੱਚ ਕੁਝ ਲਿਮਿਟੇਸ਼ਨਸ ਹੁੰਦੀਆਂ ਨੇ, ਕੁਝ ਬੰਦਿਸ਼ਾਂ ਨੇ ਜਿਹਦੇ ਵਿੱਚ ਰਹਿ ਕੇ ਸਰਕਾਰ ਨੂੰ ਕੰਮ ਕਰਨਾ ਪੈਂਦਾ। ਤਾਂ ਸਰਕਾਰ ਨੇ ਜਿਹੜੀ ਏਜ ਹੈਗੀ ਸੀ ਸੇਮ ਜਿਹੜੀ ਚੱਲ ਰਹੀ ਹੈ ਕਿ 18 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਤੇ 37 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਜੇਕਰ ਅਸੀਂ ਕੁਝ ਰਿਜ਼ਰਵੇਸ਼ਨ ਨੇ ਜਿਹੜੀ ਉਹਨਾਂ ਨੂੰ ਛੱਡ ਦਿੰਦੇ ਹਾਂ, ਸਪੈਸ਼ਲ ਕੈਟਾਗਰੀਜ਼ ਨੂੰ ਜੇਕਰ ਅਸੀਂ ਛੱਡ ਦਈਏ, ਤਾਂ ਨਾਰਮਲ ਜਿਹੜੀ ਏਜ ਲਿਮਿਟ ਹੈਗੀ ਆ ਉਹ ਹੈਗੀ ਆ 18 ਤੋਂ 37 ਸਾਲ। ਯਾਨੀ ਕਿ ਜਿਹੜੀ ਤੁਹਾਡੀ ਉਮਰ ਦੇਖੀ ਜਾਊਗੀ ਉਹ ਦੇਖੀ ਜਾਊਗੀ ਜੇਕਰ ਤੁਸੀਂ ਉਹਦੇ ਵਿੱਚ ਲਾਈਨ ਪੜ੍ਹੀ ਹੋਵੇ ਗੈਜਟ ਦੇ ਵਿੱਚ ਕਿ ਇਸ ਸਾਲ ਦੀ ਜਿਹੜੀ 1 ਜਨਵਰੀ ਹੈ
ਉਹ ਤੋਂ ਪਹਿਲਾਂ ਤੁਸੀਂ 37 ਸਾਲਾਂ ਦੇ ਨਹੀਂ ਹੋਣੇ ਚਾਹੀਦੇ। ਯਾਨੀ ਕਿ ਜੇਕਰ ਜਿਹੜੀ 1 ਜਨਵਰੀ 2023 ਹੈ ਉਦੋਂ ਤੱਕ ਤੁਸੀਂ 37 ਸਾਲਾਂ ਦੇ ਪੂਰੇ ਨਹੀਂ ਹੋਏ ਤਾਂ ਇਟ ਮੀਨਸ ਤੁਸੀਂ ਐਲੀਜੀਬਲ ਹੈਗੇ ਹੋ। ਇਸ ਕ੍ਰਾਈਟੇਰੀਆ ਜਿਹੜਾ ਉਹਨੂੰ ਤੁਸੀਂ ਫੋਲੋ ਕਰਦੇ ਹੋ, ਉਹ ਇਸ ਕ੍ਰਾਈਟੇਰੀਆ ਜਿਹੜਾ ਉਹਦੇ ਲਈ ਤੁਸੀਂ ਐਲੀਜੀਬਲ ਹੈਗੇ ਹੋ ਪੋਸਟਾਂ ਅਪਲਾਈ ਕਰਨ ਦੇ। ਤਾਂ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਇਹ ਪੋਸਟਾਂ ਦੇ ਵਿੱਚ ਏਜ ਹੈ ਜਿਹੜੀ ਉਹ 18 ਤੋਂ 37 ਰੱਖੀ ਗਈ ਹੈ। ਤੇ ਦੂਸਰਾ ਜਿਹੜੇ ਕੁਝ ਗਵਰਨਮੈਂਟ EMPLOYEES ਹੈਗੇ ਨੇ ਉਹਨਾਂ ਦੀ ਜਿਹੜੀ ਏਜ ਸਾਡੇ ਜਿਹੜੇ ਪੰਜਾਬ ਸਟੇਟ ਦਾ ਜਿਹੜਾ ਐਕਟ ਹੈਗਾ ਉਹਦੇ ਅਧੀਨ 45 ਸਾਲ ਹੈ। ਤਾਂ ਜੇਕਰ ਕੋਈ ਗਵਰਨਮੈਂਟ ਜੌਬ ਕਰ ਰਿਹਾ ਉਹ 45 ਸਾਲ ਤੱਕ ਉਮਰ ਹੈਗੀ ਹੈ ਤਾਂ ਉਹ ਇਹ ਪੋਸਟਾਂ ਨੇ ਜਿਹੜੀਆਂ ਫਿਲ ਕਰ ਸਕਦਾ। ਤਾਂ ਦੋਸਤੋ ਉਮੀਦ ਕਰਦੇ ਹਾਂ ਕਿ ਜਲਦੀ ਹੈ ਜਿਹੜਾ ਇਹਦਾ ਸਿਲੇਬਸ ਹੈ ਜਾਰੀ ਹੋ ਜਾਊਗਾ, ਕਿਉਂਕਿ ਜਿੰਨਾ ਚਿਰ ਸਿਲੇਬਸ ਜਾਰੀ ਨਹੀਂ ਹੋਏਗਾ ਸਾਨੂੰ ਇਹ ਨਹੀਂ ਪਤਾ ਲੱਗ ਸਕੇਗਾ ਕਿ ਅਸੀਂ ਪੜ੍ਹੀਏ ਕੀ। ਤਾਂ ਵੱਡਾ ਮੈਂ ਵਾਰ-ਵਾਰ ਪਹਿਲਾਂ ਵੀ ਤੁਹਾਨੂੰ ਆਖਿਆ ਸੀਗਾ ਕਿ ਜਦੋਂ ਤੱਕ ਸਿਲੇਬਸ ਨਹੀਂ ਆਉਂਦਾ ਤੁਸੀਂ ਉਦੋਂ ਤੱਕ ਜਿਹੜੀਆਂ ਮੇਜਰ ਗੇਮਸ ਹੈਗੀਆਂ ਨੇ ਉਹਨਾਂ ਦੇ ਰੂਲਸ ਐਂਡ ਰੈਗੂਲੇਸ਼ਨ ਪੜ੍ਹਨੇ ਸ਼ੁਰੂ ਕਰ ਦਿਓ, ਉਹਨਾਂ ਦੇ ਜਿਹੜੇ ਸ਼ਾਰਟ ਨੋਟਸ ਨੇ ਉਹ ਬਣਾਉਣੇ ਸ਼ੁਰੂ ਕਰ ਦਿਓ। ਤੇ ਜਿੰਨਾ ਟਾਈਮ ਤੁਸੀਂ ਖੁਦ ਦੇ ਨੋਟਸ ਨਹੀਂ ਬਣਾਓਗੇ ਉਹਨਾਂ ਟਾਈਮ ਤੁਹਾਡਾ ਪੇਪਰ ਹੈ ਜਿਹੜਾ ਉਹ ਕੁਆਲੀਫਾਈ ਨਹੀਂ ਹੋ ਸਕੂਗਾ, ਜਾਂ ਜਿੱਥੇ ਟੌਪ ਦੇ ਵਿੱਚ ਜਾ ਕੇ ਤੁਸੀਂ ਬੈਠਣਾ ਚਾਹੁੰਦੇ ਹੋ ਉੱਥੇ ਜਾ ਕੇ ਨਹੀਂ ਬੈਠ ਸਕੋਗੇ। ਤਾਂ ਇਹ ਜ਼ਰੂਰੀ ਹੈ ਕਿ ਜਦੋਂ ਤੱਕ ਸਿਲੇਬਸ ਪਬਲਿਸ਼ ਨਹੀਂ ਹੁੰਦਾ ਉਦੋਂ ਤੱਕ ਤੁਸੀਂ ਆਪਣੇ ਗਰਾਊਂਡਸ ਨੇ ਜਿਹੜੇ ਉਹ ਪੂਰੇ ਕਵਰ ਕਰ ਲਵੋ। ਜੇਕਰ ਜਿਨ੍ਹਾਂ ਦੇ ਗਰਾਊਂਡ ਕਵਰ ਹੋ ਚੁੱਕੇ ਨੇ, ਮੈਂ ਤਾਂ ਤੁਹਾਨੂੰ ਆਖਿਆ ਸੀਗਾ ਕਿ ਐਸੈਂਸ਼ੀਅਲ ਆਫ ਫਿਜ਼ੀਕਲ ਐਜੂਕੇਸ਼ਨ ਇੱਕ ਕਿਤਾਬ ਹੈ, ਸਰੀਰਕ ਸਿੱਖਿਆ ਦੇ ਜ਼ਰੂਰੀ ਅੰਗ ਜਾਂ ਜ਼ਰੂਰੀ ਤੱਤ। ਤਾਂ ਪ੍ਰੋਫੈਸਰ ਅਜਮੇਰ ਸਿੰਘ ਹੋਰਾਂ ਦੀ ਕਿਤਾਬ ਉਹ ਤੁਸੀਂ ਸਾਰੇ ਜਿਹੜਾ ਨਵਾਂ ਐਡੀਸ਼ਨ ਹੈ ਉਹ ਖਰੀਦ ਕੇ ਰੱਖ ਲਵੋ। ਤਾਂ ਤੁਹਾਡਾ ਬੇਸ ਹੈ ਜਿਹੜਾ ਉਹ ਕਿਤਾਬ ਕਲੀਅਰ ਕਰ ਦੂਗੀ। ਹੋ ਸਕਦਾ ਉਹਦੇ ਵਿੱਚੋਂ 50, 60, 70% ਤੁਹਾਨੂੰ ਪਹਿਲਾਂ ਤੋਂ ਹੀ ਆਉਂਦਾ ਹੋਵੇ, ਪਰ ਜਿਹੜਾ ਬਾਕੀ ਰਹਿੰਦਾ 30% ਹੈ ਤੇ ਜਾਂ ਫਿਰ ਲੇਟੈਸਟ ਅਪਡੇਸ਼ਨਸ ਹੈਗੀਆਂ ਨੇ ਸਾਡੇ ਫੀਲਡ ਦੇ ਵਿੱਚ ਤੁਹਾਨੂੰ ਉਸ ਕਿਤਾਬ ਦੇ ਵਿੱਚੋਂ ਮਿਲ ਜਾਣਗੀਆਂ। ਤਾਂ ਜਿਹੜੀਆਂ ਐਸੋਸੀਏਸ਼ਨਾਂ ਸਾਨੂੰ ਕਿਸੇ ਕਿਤਾਬ ਦੇ ਵਿੱਚੋਂ ਨਹੀਂ ਮਿਲੀਆਂ ਸੀਗੀਆਂ, ਕੋਈ ਪੰਜਾਬ ਓਲੰਪਿਕ ਐਸੋਸੀਏਸ਼ਨ ਦੀ ਗੱਲ ਹੁੰਦੀ ਹੈ ਜਾਂ ਪੰਜਾਬ ਦੀਆਂ ਸਪੋਰਟਸ ਫੈਡਰੇਸ਼ਨਸ ਦੀ ਗੱਲ ਹੁੰਦੀ ਹੈ, ਤਾਂ ਉਹ ਸਾਰੀਆਂ ਤੁਹਾਨੂੰ ਉਸ ਕਿਤਾਬ ਦੇ ਵਿੱਚੋਂ ਮਿਲ ਜਾਣਗੀਆਂ। ਤਾਂ ਸਾਰੇ ਮੇਰੇ ਖਿਆਲ ਬਹੁਤ ਸਾਰੇ ਸਾਥੀਆਂ ਦੇ ਫੋਨ ਜਾਂ ਮੈਸੇਜ ਆ ਗਏ ਸੀ ਕਿ ਅਸੀਂ ਨੇ ਕਿਤਾਬਾਂ ਨੇ ਜਿਹੜੀਆਂ ਉਹ ਲੈ ਲਈਆਂ ਨੇ। ਤਾਂ ਦੋਸਤੋ ਜਿਵੇਂ ਸਿਲੇਬਸ ਹੈ ਜਿਹੜਾ ਆਉਂਦਾ ਤਾਂ ਅਸੀਂ ਨਾਲ ਦੀ ਨਾਲ ਕੋਸ਼ਿਸ਼ ਕਰਾਂਗੇ ਜਿੰਨਾ ਸਾਡੇ ਕੋਲ ਸਮਾਂ ਹੋਊਗਾ ਤਾਂ ਅਸੀਂ ਵੀਡੀਓ ਅਪਲੋਡ ਕਰਦੇ ਰਵਾਂਗੇ। ਪਰ ਉਦੋਂ ਤੱਕ ਤੁਸੀਂ ਕਿਸੇ ਨੇ ਵੀ ਵਿਹਲੇ ਨਹੀਂ ਬੈਠਣਾ। ਆਪਣੀ ਤਿਆਰੀ ਹੈ ਜਿਹੜੀ ਤੁਸੀਂ ਹੁਣੇ ਤੋਂ ਸ਼ੁਰੂ ਕਰ ਲਵੋ, ਕਿਉਂਕਿ ਇੱਕ ਸੁਨਹਿਰਾ ਮੌਕਾ ਤੁਹਾਡੇ ਸਾਰਿਆਂ ਕੋਲ ਵੀ ਸਾਡੇ ਸਾਰਿਆਂ ਕੋਲ ਵੀ, ਕਿਉਂਕਿ ਜੇਕਰ ਟੀਚਰ ਸਕੂਲ ਦੇ ਵਿੱਚ ਆਉਣਗੇ ਤਾਂ ਜਿਹੜਾ ਪੰਜਾਬ ਦਾ ਗ੍ਰਾਸ ਰੂਟ ਲੈਵਲ ਦੇ ਉੱਪਰ ਪਲੇਅਰ ਕੰਸਟਰਕਟ ਕਰਨ ਦਾ ਕੰਮ ਹੈਗਾ ਜਾਂ ਪਲੇਅਰ ਆਇਡੈਂਟੀਫਾਈ ਕਰਨ ਦਾ ਕੰਮ ਹੈਗਾ ਤਾਂ ਹੀ ਸਕੂਲਾਂ ਦੇ ਵਿੱਚ ਹੋ ਸਕੇਗਾ। ਤਾਂ ਇਸ ਚੀਜ਼ ਦੇ ਵਿੱਚ ਆਲਰੇਡੀ ਅਸੀਂ ਬਹੁਤ ਪਿੱਛੇ ਜਾ ਰਹੇ ਹਾਂ। ਤਾਂ ਜ਼ਰੂਰ ਇਹ ਅਸੀਂ ਜ਼ਰੂਰ ਉਮੀਦ ਕਰਦੇ ਹਾਂ ਕਿ ਇਹਨਾਂ ਪੋਸਟਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਡਿੱਕਾ ਨਾ ਪੈਦਾ ਹੋਵੇ ਤੇ ਸਾਰੇ ਸਾਥੀ ਨੇ ਜਿਹੜੇ ਉਹ ਪੜ੍ਹ ਲਿਖ ਕੇ ਜਿਹੜੇ ਯੋਗਤਾ ਰੱਖਦੇ ਨੇ, ਜਿਹੜੇ ਡਿਜ਼ਰਵ ਕਰਦੇ ਨੇ ਉਹ ਕੈਂਡੀਡੇਟ ਜ਼ਰੂਰ ਇਹਨਾਂ ਪੋਸਟਾਂ ਦੇ ਵਿੱਚ ਅੱਗੇ ਆਉਣ। ਤੇ ਇਸ ਦੇ ਨਾਲ ਹੀ ਅਸੀਂ ਜਿਹੜੇ ਪਿੱਛੇ ਜੇ ਤੁਸੀਂ ਇੱਕ ਸਾਡੇ ਸਿੱਖਿਆ ਮੰਤਰੀ ਜੀ ਦਾ ਬਿਆਨ ਸੁਣਿਆ ਹੋਵੇ ਤਾਂ ਉਹਨਾਂ ਨੇ ਆਖਿਆ ਕਿ ਅਸੀਂ 646 ਜਿਹੜੀਆਂ PTI ਪੋਸਟਾਂ ਨੇ ਜਿਹੜੀਆਂ 2011 ਦੀਆਂ ਚੱਲ ਰਹੀਆਂ ਨੇ ਤਾਂ ਉਹਨਾਂ ਦੇ ਉੱਪਰ ਵੀ ਉਹਨਾਂ ਦਾ ਕੰਮ ਲਗਾਤਾਰ ਚੱਲ ਰਿਹਾ। ਉਹ ਕਹਿੰਦੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਇਹਨਾਂ ਪੋਸਟਾਂ ਦੇ ਨਾਲ ਨਾਲ ਉਹ ਪੋਸਟਾਂ ਨੇ ਜਿਹੜੀਆਂ ਉਹਨਾਂ ਨੂੰ ਵੀ ਕਵਰ ਕਰ ਦਿੱਤਾ ਜਾਵੇ। ਤਾਂ ਉਮੀਦ ਕਰਦੇ ਹਾਂ ਕਿ ਸਾਰੀਆਂ ਪੋਸਟਾਂ ਨਾਲ ਦੀ ਨਾਲ 168 ਪੋਸਟਾਂ ਉੱਪਰ ਵੀ ਲਗਾਤਾਰ ਕੰਮ ਚੱਲ ਰਿਹਾ। ਹੋ ਸਕਦਾ ਸਾਰਿਆਂ ਨੂੰ ਜਿਹੜੀਆਂ ਅਪੁਆਇੰਟਮੈਂਟਸ ਇਕੱਠੀਆਂ ਦੇ ਦਿੱਤੀਆਂ ਜਾਣ।